वाला साहब जिमीदार जड़ा ना अल्लाह की सुपुर्द है। अल्लाह पाक दा जिमीदार ते करम करे जे पहली च बीज पाना है तो मिट्टी च सट के आ जाना है। अल्लाह पाक दा करम कर दे कर दे। हुण जनाब पहले तेल वाला बंब डिग पिया उत्तों अल्लाह पाक की रात ने राती कोई अदालाबारी होई है तो बड़ा बड़ा बंदियां नुकसान होया ते ਜਿਹੜੀਆਂ ਭਾਰੀਆਂ ਕਣਕਾਂ ਸੀ ਪਾਣੀ ਲੱਗਾ ਤੇ ਸਾਰੀਆਂ ਉਂਝ ਮੁੱਦੀਆਂ ਹੋ ਗਈਆਂ। ਅੱਗੇ ਜਾ ਕੇ ਵੇਖੋ ਲੋਕ ਖੁਦਕਸ਼ੀਆਂ ਕਰਨ ਦੇ ਟੁਰੇ ਨੇ ਵੀ ਸਾਰਿਆਂ ਤੋਂ ਜ਼ਿਆਦਾ ਜਿਹੜੀ ਆਲੂ ਦੀ ਫਸਲ ਤੇ ਖਰਚਾ ਜ਼ਿਆਦਾ ਹੁੰਦਾ 24 ਘੰਟੇ ਟਰੈਕਟਰ ਕੋਹ ਦੇਣੇ ਨੇ। ਠੀਕ ਹੈ ਤੇ ਇਸ ਟਾਈਮ ਲੋਕ ਰੂਟਾਵੇਟਰ ਮਾਰ ਕੇ ਆਲੂ ਜ਼ਾਇਆ ਕਰਨ ਡੈਨ ਕਰਕੇ ਉਹ ਪੱਗਾਂ ਤੇ ਗਵਰਨਮੈਂਟ ਨੇ ਵਾੜ ਕੇ ਪਿੱਛੇ ਦੇ ਦਿੱਤੀਆਂ ਸਾਡੀਆਂ। ਅੱਛਾ ਅੱਲਾ ਦੇ ਬੰਦੇ ਅੱਗੋਂ ਸਾਡਾ ਜੱਟ ਜ਼ਿਮੀਦਾਰ ਦਾ ਸੀਜ਼ਨ ਆਉਣ ਵਾਲਾ ਤੇ ਇਹਨਾਂ ਤੇਲ ਵਧਾ ਦਿੱਤੇ ਨੇ। ਹਾਂ ਤੇਲ ਤੇ ਸਾਰਾ ਦਾਰੋਮਦਾਰ ਹੈ ਰਾਤ ਦਾ। ਬਿਲਕੁਲ ਬਿਲਕੁਲ ਆਹ ਕਰਨਾ ਕੀ ਹੈ ਉੱਥੇ ਤੇ ਬਣਾਉਣਾ ਕੀ ਹੈ ਤੇ ਵਧਾਇਆ ਵੀ ਇੱਕ ਵਾਰ ਇਕੱਠਾ ਹੀ 55 ਰੁਪਏ ਚਾੜ ਦਿੱਤਾ ਨੇ ਅਲਫਾ ਟਾਵਰ ਤੇ ਸਾਨੂੰ ਤੇ ਅਲਫਾ ਟਾਵਰ ਥੱਲੇ ਡਿੱਗੋ ਹੁਣ। ਹਾਂ ਲਓ ਜੀ ਦੋਸਤੋ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋ ਗਿਆ ਜਿਵੇਂ ਕਿ ਤੁਹਾਨੂੰ ਪਤਾ ਹਾਲੀਆ 2 ਦਿਨ ਪਹਿਲਾਂ ਤੇ ਅੱਗੋਂ ਜ਼ਿਮੀਂਦਾਰਾਂ ਦੀ ਕਟਾਈ ਦਾ ਵੀ ਟਾਈਮ ਸ਼ੁਰੂ ਹੋ ਗਿਆ। ਮਾਸ਼ਾਅੱਲਾ ਨਾਲ ਜ਼ਿਮੀਂਦਾਰ ਆਏ ਨੇ ਜੀ। ਇਹਨਾਂ ਨੇ ਟਰੈਕਟਰ ਵੀ ਲਿਆ 385 2026 ਮਾਡਲ ਤੇ ਬਾਕੀ ਮਾਰਕੀਟ ਦੀ ਵੀ ਤੁਹਾਡੇ ਨਾਲ ਸੂਰਤ ਹਾਲ ਸ਼ੇਅਰ ਕਰਦੇ ਆ। ਕੀ ਸੂਰਤ ਹਾਲ ਹੈ ਤੇਲ ਵਧਣ ਤੋਂ ਬਾਅਦ ਜ਼ਿਮੀਂਦਾਰ ਦਾ ਕੀ ਕਹਿਣਾ ਇਹਦੇ ਬਾਰੇ ਤੇ ਬਾਕੀ ਮਾਰਕੀਟ ਦੇ ਵਿੱਚ ਕੀ ਰੇਟ ਸ਼ੇਅਰ ਚੱਲ ਰਹੇ ਨੇ। ਅੱਜ ਕੈਸ਼ ਭਾਈ ਉਹਨਾਂ ਨੂੰ ਕਿੰਨੇ 'ਚ ਮਿਲ ਗਿਆ ਮੁਕੰਮਲ ਤੁਹਾਨੂੰ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਆ। अस्सलाम वालेकुम जी। वालेकुम सलाम भाई की हाल जी? ठीक ठाक हो? अल्हम्दुलिल्लाह दुआवां जनाब ਤੁਸੀਂ ਸੁਣਾਓ। आज ते माशाल्लाह पूरियां पग्गा शग्गा बनियां जी। ਪੱਗਾਂ ਤੇ ਗਵਰਨਮੈਂਟ ਨੇ ਵਾੜ ਕੇ ਪਿੱਛੇ ਦੇ ਦਿੱਤੀਆਂ ਸਾਡੀਆਂ। अच्छा ਅੱਲਾ ਦੇ ਬੰਦੇ ਅੱਗੋਂ ਸਾਡਾ ਜੱਟ ਜ਼ਿਮੀਦਾਰ ਦਾ ਸੀਜ਼ਨ ਆਉਣ ਵਾਲਾ ਤੇ ਇਹਨਾਂ ਤੇਲ ਵਧਾ ਦਿੱਤੇ ਨੇ। हाँ ਤੇਲ ਤੇ ਸਾਰਾ ਦਾਰੋਮਦਾਰ ਹੈ ਰਾਤ ਦਾ। बिल्कुल बिल्कुल ਆਹ ਕਰਨਾ ਕੀ ਹੈ ਉੱਥੇ ਤੇ ਬਣਾਉਣਾ ਕੀ ਹੈ इंज ही गल है ते ਵਧਾਇਆ ਵੀ ਇੱਕ ਵਾਰ ਇਕੱਠਾ ਹੀ 55 ਰੁਪਏ ਚਾੜ ਦਿੱਤਾ ਨੇ ਅਲਫਾ ਟਾਵਰ ਤੇ ਸਾਨੂੰ ਤੇ ਅਲਫਾ ਟਾਵਰ ਉੱਤੋਂ ਥੱਲੇ ਡਿੱਗੋ ਹੁਣ। ਹਾਂ ਹਾਂਜੀ ਭਾਈ ਅੱਗੋਂ ਕੀ ਨਜ਼ਰ ਆ ਰਿਹਾ ਫਿਰ ਤੁਹਾਨੂੰ? ਨਜ਼ਰ ਜੀ ਅੱਗੋਂ ਤੇ ਖਰਾਬੀ ਦੇ ਨਿਜ਼ਾਮ ਦਿਸਦਾ ਪਿਆ। ਅੱਛਾ ਉਹ ਬੰਦੇ ਮਰ ਗਏ ਨੇ ਜਿਹੜੇ ਢੱਗਿਆਂ ਨਾਲ ਪੈਲੀਆਂ ਬੰਦੇ ਹਨ। ਹਾਂ ਹੁਣ ਤੇ ਆ ਟਰੈਕਟਰ ਨੇ ਇਹਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਭੈਣ ਜੋ ਕਿਸੇ ਨੂੰ ਹੱਥ ਨਹੀਂ ਪਾਣ ਦਿੰਦੀਆਂ ਪਈਆਂ। ਬਿਲਕੁਲ ਜੇ ਬਿਲਕੁਲ ਟਰੈਕਟਰ ਲੈ ਲਈਏ ਤੇ ਅੱਗੋਂ ਤੇਲ ਜਿਹੜਾ ਉਹ ਨਹੀਂ ਪਾਣ ਜੋਗਾ ਰਹਿੰਦਾ ਬੰਦਾ। ਹਾਂ ਇਹਦੇ 'ਚ ਤੇਲ ਪੈਣਾ ਤੇ ਅੱਗੋਂ ਕੋਈ ਜ਼ਿਮੀਦਾਰਾਂ ਦਾ ਨਿਜ਼ਾਮ ਆਹ ਚਲਾਣਾ ਨਾ। ਬਿਲਕੁਲ ਬਿਲਕੁਲ ਤੇ ਮਿਹਰਬਾਨੀ ਹੈ ਜਨਾਬ ਮਰੀਮ ਨਵਾਜ਼ਰਾਂ ਦੀ। ਹਾਂ ਤੇਲ ਦੀ ਕੀਮਤ ਥੱਲੇ ਆਉਣੀ ਚਾਹੀਦੀ ਏ। ਇਹ ਜ਼ਾਹਰੀ ਗੱਲ ਹੈ ਜੀ ਥੱਲੇ ਆਏਗੀ ਤਾਂ ਕੋਈ ਨਿਜ਼ਾਮ ਚੱਲੇਗਾ। ਸਾਡਾ ਵੀ ਕੋਈ ਮਾੜਾ ਬੰਦਾ ਟੁੱਕਰ ਦੀ ਬਰਕੀ ਕਮਾਏਗਾ ਤੇ ਖਾਏਗਾ। ਬਿਲਕੁਲ ਬਿਲकुल ਜੀ। ਅੱਛਾ ਭਾਈ ਆ ਟਰੈਕਟਰ ਕਿੰਨੇ 'ਚ ਲੈ ਲਿਆ ਜੇ ਮਾਰਕੀਟੋਂ ਕੈਸ਼ ਹੀ ਲਿਆ ਜੇ? ਇਹ ਕੈਸ਼ ਜੀ 40,60,000 ਚ 40,60,000 ਰੁਪਏ ਦਾ ਲੈ ਲਿਆ ਜੀ। ਤੇ ਕਿਵੇਂ ਕਮਾਇਆ ਵਾ ਇਹ? ਆਪਣੀ ਜ਼ਿਮੀਂਦਾਰੀ ਤੋਂ ਕਮਾਇਆ ਜਾਂ ਬਾਹਰ ਦੀ ਕਮਾਈ ਹੈ? ਇਹ ਬਾਹਰ ਦੀ ਕਮਾਈ ਅਸੀਂ ਬਾਹਰ ਜਾਣ ਜੋਗਾ ਛੱਡਦੀ ਹੈ ਵੀ ਗਵਰਨਮੈਂਟ ਸਾਨੂੰ ਅਸੀਂ ਜ਼ਿਮੀਂਦਾਰਾ ਕਰ ਲਈਏ ਉਹ ਬੜੀ ਗਨੀਮਤ ਹੈ ਸਾਡੀ। ਬਿਲਕੁਲ ਬਿਲकुल ਲਓ ਜੀ ਜ਼ਿਮੀਂਦਾਰ ਵਾਸਤੇ ਇੱਕ ਹੋਰ ਮੁਸ਼ਕਲ ਘੜੀ ਆ ਗਈ ਏ। ਤੇਲ ਦੀ ਕੀਮਤ ਡੀਜ਼ਲ ਮਹਿੰਗਾ ਹੋ ਗਿਆ ਅੱਗੋਂ ਕਟਾਈ ਦਾ ਦਿਨ ਨੇ ਤੇ ਬਹੁਤ ਮੁਸ਼ਕਲ ਹੈ ਮਜ਼ੀਦ। ਇਹ ਗੁੱਜਰ ਸਾਹਿਬ ਨੇ ਇੱਧਰ ਜੱਟ ਸਾਹਿਬ ਨੇ। ਭਾਈ ਕਿਹੜੇ ਇਲਾਕੇ ਤੋਂ ਆਏ ਜੀ? ਗੁਜਰਾਲਾ ਪਿੰਡ ਮਰਾਲੀ ਵਾਲਾ ਸਰ। ਪਿੰਡ ਮਰਾਲੀ ਤੋਂ ਆਏ ਨੇ ਜੀ ਸਪੈਸ਼ਲ ਭਾਈ। ਸਾਰੇ ਭਾਈ ਹੋ ਆਪਣੇ? ਹਾਂ ਜੀ ਸਾਰੇ ਆਪਣੇ ਭਾਰ ਹੀ ਨੇ ਬਸ ਭਾਵ। ਅੱਛਾ ਅੱਛਾ ਲਓ ਜੀ ਤੇ ਕੀ ਸੂਰਤ ਹਾਲ ਹੈ? ਕੀ ਕਹਿਣਾ ਚਾਹੋਗੇ? ਤੇਲ ਦੀਆਂ ਕੀਮਤਾਂ ਦਾ ਇਜ਼ਾਫਾ ਹੋ ਗਿਆ। ਕੁਝ ਨਹੀਂ ਕਹਿ ਸਕਦੇ। ਖਮੋਸ਼ੀ ਹੈ ਇhtਜਾਜ ਉਹ ਨਹੀਂ ਕਰਨ ਦਿੰਦੇ। ਬਾਹਰ ਬੰਦੇ ਉਹ ਨਹੀਂ ਨਿਕਲਣ ਦਿੰਦੇ। ਹਾਲ ਛੱਡਿਆ ਕੋਈ ਨਹੀਂ। ਆਪਣੇ ਜਹਾਜ਼ ਦਾ ਪੂਰਾ ਕਰ ਲਿਓ ਉਹਦੀ ਮਿਹਰਬਾਨੀ। ਹਾਂ ਇਹ ਤਾਂ ਗੱਲ ਹੈ। ਜ਼ਿਮੀਂਦਾਰੀ ਦੀ ਪਿੰਜ ਛੱਡੀ ਕੱਢ ਹੈ ਬਾਬਾ ਜੀ। ਕਣਕ ਦਾ ਉਹ ਹਾਲ ਕੋਈ ਨਹੀਂ। ਕਣਕ ਦਾ ਰੇਟ ਲੱਗ ਜਾ ਇਹਦੀਆਂ ਕੋਈ ਪੈਸੇ ਦੇਣ ਵਾਲੇ ਹੋਈਏ ਉਧਾਰ ਲਿਆ ਹੋਰ ਕੀ ਮਾਮਲਾਤ ਨੇ। ਅੱਗੋਂ ਗੰਦਮ ਤੇ ਕੀ ਸੂਰਤ ਨਜ਼ਰ ਆ ਰਹੀ ਹੈ? ਰੇਟ ਹਰਕਾ ਬਿਹਤਰ ਨਜ਼ਰ ਆ ਰਿਹਾ ਕਿ ਉਹ ਪਿਛਲੇ ਸਾਲ ਵਾਲਾ? ਗੰਦਮ ਦੀ ਜੇ ਮਰੀਮ ਨੂੰ ਆਦਾ ਮੌਕਾ ਵੇਖੀਏ 3500 ਰੁਪਏ ਤੇ ਭਾਈ ਮੈਂ ਖਾਂਦੀ ਨਹੀਂ ਇਸ ਤਰ੍ਹਾਂ ਹੋ ਨਹੀਂ ਸਕਦਾ। 3500 ਅਗਰ ਹੋਈਏ ਤੇ ਕੀ ਖਿਆਲ ਹੈ? ਠੀਕ ਹੈ ਰੇਟ? ਨਹੀਂ ਫਿਰ ਠੀਕ ਹੈ ਜੋ ਗੁਜ਼ਾਰਾ ਹੋਏਗਾ। ਖਰਚਾ ਹੀ ਪੂਰਾ ਹੋਣਾ। ਡੀਏਪੀ ਨੂੰ ਕੁਛ ਹੈ ਮਸਲਾ ਵੇਖੋ ਨਾ ਮਾਮਲਾ ਖਰਚੇ ਪੂਰੇ ਹੋਣੇ ਨੇ। ਫਿਰ ਵੀ 3500 ਨੂੰ ਦੇ ਕੇ ਵੀ ਅੱਗੋਂ ਮੂੰਜੀ ਦਾ ਕੋਈ ਸਬੱਬ ਲੱਗੇ। ਅੱਲਾ ਮਰੀਮ ਨੂੰ ਆਦਾ ਤੇ ਰਿਕੁਐਸਟ ਹੈ ਕਹਿ ਕੋਈ ਨਹੀਂ ਸਕਦੇ ਹੈ ਤੇਰਾ ਅੱਲਾ ਭਲਾ ਕਰੇ। ਇਹਨੂੰ ਕਹੇ ਤੇਲ ਦਾ ਕੋਈ ਆਸਰਾ ਕਰ ਸਾਡੇ ਨਾਲ ਕਿਉਂਕਿ ਸਾਡੇ ਤੋਂ ਕੋਈ ਬਦਲੇ ਲੈਣੀ ਹੈ ਵੀ ਤੇਰੀ ਮਿਹਰਬਾਨੀ ਅਸੀਂ ਹੱਥ ਜੋੜਨੇ ਕਿਉਂ ਜੀ। ਬਾਕੀ ਭਾਜੀ ਕਿੰਨੀ ਗੰਦਮ ਕਾਸ਼ ਕੀਤੀ ਜੀ ਇਸ ਤਰ੍ਹਾਂ? ਕਿੰਨੀ ਕਾਸ਼ ਕੀਤੀ ਜੀ? ਗੰਦਮ ਸਾਡੀ ਤਕਰੀਬਨ ਹੈ ਕੋਈ 32 ਏਕੜ ਅਲਹਮਦੁਲਿਲਾ। ਅੱਛਾ ਅੱਛਾ ਆਪਣੀ ਦਾਤੀ ਪਿਛਲੇ ਸਾਲ ਨੂੰ ਘਟਾਈ ਹੈ ਕਿ ਵਧਾਈ ਜੇ? ਪਿਛਲੇ ਸਾਲ ਨਾਲੋਂ ਘਟਾਈ ਹੈ ਜੀ ਵਾਵਾ। ਸਰੋਂ ਲਾਈ ਹੈ ਅਸੀਂ ਯਾਰ ਕੀ ਅੱਗੇ 50 ਕਿਲੋ ਲਾਈ ਦੀ ਯਾਰ ਕੀ ਨਹੀਂ ਬਸ ਗੁਜ਼ਾਰਾ ਲਾਈਏ ਵੀ ਕੀ ਉਹ ਵੀ ਜਾ ਪਈ। ਸਾਡੇ ਇਲਾਕੇ 'ਚ ਸਾਰੀ ਲੱਗਦੀ ਸਾਰਾ ਬੜਾ ਪਾਣੀ ਉਹ 80-89 ਦਾ ਰੇਟ ਸੀ ਉਹ ਵੀ ਹੁਣ ਡਾਊਨ ਹੋ ਗਿਆ। ਅੱਛਾ ਅੱਛਾ ਜ਼ਿਮੀਂਦਾਰ ਜਾਵੇ ਤੇ ਜਾਵੇ ਕਿਹੜੇ ਪਾਸੇ ਕਿਹੜੀ ਫਸਲ ਲਾਵੇ ਤੇ ਕੀ ਕਰੇ? ਇਹ ਤੇਲ ਵਾਲੋਂ ਬੜਾ ਮਾੜਾ ਹੋਇਆ ਗੱਲ ਤੇ ਬੰਦੇ ਤੇਲ ਵੱਲੋਂ ਜਨਾਬ ਹੋਣਾਗਾ। ਲੋਕਾਂ ਨੇ ਕਣਕਾਂ ਵੱਢਣੀਆਂ ਨੇ। ਕਿਸੇ ਨੇ ਚਾਪਰ ਚਲਾਣੀ ਹੈ, ਕਿਸੇ ਨੇ ਜਨਾਬ ਹਾਰਡ ਵੈਸਲ ਚਲਾਣੀ ਹੈ, ਕਿਸੇ ਨੇ ਕੋਈ ਕੰਮ ਕਰਨਾ ਹੈ, ਕਿਸੇ ਨੇ ਟਰੈਕਟਰ ਚਲਾਣੀ ਹੈ ਤੇ ਪਤਾ ਨਹੀਂ ਕਿਵੇਂ ਕਰ ਕਰਾ ਕੇ ਬੰਦੇ ਅੱਗੇ ਸਿੱਧੇ ਹੋਏ ਨੇ। ਫਿਰ ਅੱਗੋਂ ਬੰਦਿਆਂ ਮੂੰਜੀ ਸਿੱਟੇ ਮਰੋੜਨੇ ਨੇ
ਕਣਕਾਂ ਕਾਣੀਆਂ ਸਿੱਟੇ ਮਰੋੜਨੇ ਨੇ ਨਾ, ਫਿਰ ਉਸ ਤੋਂ ਬਾਅਦ ਮੂੰਜੀ ਲਾਣੀ ਹੈ। ਤੇ ਜੇ ਰੱਬ ਰਹਿਮਤ ਕਰਦੇ ਤਾਂ ਗੁਜ਼ਾਰਾ ਹੋ ਜਾਵੇ, ਚਲੋ ਕੋਈ ਕੱਦੂ ਸ਼ਦੂ ਮਾਰਨਾ, ਤੇ ਜਿੰਨਾ ਤੇਲ ਮੂੰਜੀ ਤੇ ਲੱਗਦਾ ਨੇ ਕਿਤੇ ਸ਼ਾਇਦ ਤਾਂ ਨਹੀਂ ਲੱਗਦਾ। ਤੇ ਬਾਕੀ ਅੱਗੋਂ ਕਹਿੰਦੇ ਪਏ ਨੇ ਹੋਰ ਜ਼ਿਮੀਂਦਾਰ ਅੱਗੇ ਮਰਿਆ ਪਿਆ। ਹੁਣ ਸਾਡੇ ਇਲਾਕੇ ਜਾ ਕੇ ਵੇਖੋ, ਲੋਕ ਖੁਦਕੁਸ਼ੀਆਂ ਕਰਨ ਦੇ ਟੁਰੇ ਨੇ ਵੀ ਸਾਰਿਆਂ ਤੋਂ ਜ਼ਿਆਦਾ ਜਿਹੜੀ ਆਲੂ ਦੀ ਫਸਲ ਤੇ ਖਰਚਾ ਜ਼ਿਆਦਾ ਹੁੰਦਾ। 24 ਘੰਟੇ ਟਰੈਕਟਰ ਕੋਹਦੇ ਨੇ, ਠੀਕ ਹੈ। ਤੇ ਇਸ ਟਾਈਮ ਲੋਕ ਰੋਟਾਵੇਟਰ ਮਾਰ ਕੇ ਆਲੂ ਜ਼ਾਇਆ ਕਰਨ ਡੈ ਕਰਕੇ ਤੇ ਮਕਈ ਲਾਉਣ ਡੈ, ਤੇ ਮਕਈ ਦਾ ਵੀ ਕੋਈ ਪਤਾ ਨਹੀਂ ਰੇਟ ਲੱਗਣਾ ਹੈ ਕਿ ਨਹੀਂ ਲੱਗਣਾ। ਤੇ ਸਾਡਾ ਜਨਾਬ ਵਜ਼ੀਰ ਆਲਾ ਜਾਂ ਮਰੀਮ ਨਵਾਜ਼ ਅੱਗੇ ਰਿਕਵੈਸਟ ਹੈ ਕਿ ਜ਼ਿਮੀਂਦਾਰਾਂ ਦੇ ਬਾਰੇ ਕੁਛ ਸੋਚੇ। ਜ਼ਿਮੀਂਦਾਰਾਂ ਦੇ ਸਾਹ ਹੁਣ ਜਿਹੜੇ ਨੇ ਨਾ ਮੁੱਕ ਗਏ ਨੇ, ਬਸ ਇੱਥੇ ਤੱਕ ਆ ਗਈ, ਮੁੱਕ ਗਈ ਹੁਣ। ਤੇ ਆ ਵੇਖ ਐਡੀ ਵੱਡੀ ਏਸ਼ੀਆ ਦੀ ਵੱਡੀ ਮਾਰਕੀਟ ਹੈ ਇਹ ਮਿਲਰ ਟਰੈਕਟਰ ਫੈਕਟਰੀ, ਇਹਨੂੰ ਕੋਈ ਬੰਦਾ ਨਹੀਂ ਦਿਖਦਾ। ਇੱਧਰ ਕੈਮਰਾ ਮਾਰ, ਇੱਧਰ ਕੈਮਰਾ ਮਾਰ, ਆ ਗ੍ਰੀਨ ਹੀ ਗ੍ਰੀਨ ਹੈ ਨੇ, ਬਾਕੀ ਕੋਈ ਬੰਦਾ ਹੀ ਨਹੀਂ। ਇਹ ਪਹਿਲੇ ਆਏ ਨੇ ਗੁੱਜਰ ਸਾਹਿਬ ਨੇ, ਇੱਧਰ ਭਾਵੜੈਕ ਸਾਹਿਬ ਨੇ, ਨਾ ਜਨਾਬ ਟਰੈਕਟਰ ਲਿਆ ਹੈ। ਚਲੋ ਸਾਨੂੰ ਵੀ ਕੋਈ 2000 ਬਟਾ ਦਿੱਤਾ ਨੇ। ਅੱਲਾ ਸਾਹਿਬ ਜ਼ਿਮੀਂਦਾਰ ਜਿਹੜਾ ਨਾ ਅੱਲਾ ਦੀ ਸਪੁਰਦ ਹੈ। ਅੱਲਾ ਪਾਕ ਦਾ ਜ਼ਿਮੀਂਦਾਰ ਤੇ ਕਰਮ ਕਰੇ। ਜੇ ਪਹਿਲੀ 'ਚ ਬੀਜ ਪਾਣਾ ਹੈ ਤੇ ਮਿੱਟੀ 'ਚ ਛੱਡ ਕੇ ਆ ਜਾਣਾ, ਤੇ ਅੱਲਾ ਪਾਕ ਦਾ ਕਰਮ ਕਰ ਦੇਵੇ ਤੇ ਕਰ ਦੇਵੇ। ਤੇ ਹੁਣ ਜਨਾਬ ਪਹਿਲੇ ਤੇਲ ਵਾਲਾ ਬੰਬ ਡਿੱਗ ਪਿਆ, ਉੱਤੋਂ ਅੱਲਾ ਪਾਕ ਦੀ ਜ਼ਾਤ ਨੇ ਰਾਤੀ ਕੋਈ ਅਜ਼ਾਲਾ ਬਾਰੀ ਹੋਈ ਤੇ ਬੜਾ ਬੰਦਿਆਂ ਨੁਕਸਾਨ ਹੋਇਆ। ਤੇ ਜਿਹੜੀਆਂ ਭਾਰੀਆਂ ਕਣਕਾਂ ਸੀ ਪਾਣੀ ਲੱਗਾ ਤੇ ਸਾਰੀਆਂ ਉਂਝ ਮੁੱਦੀਆਂ ਹੋ ਗਈਆਂ। ਬਿਲਕੁਲ। ਤੇ ਬਾਕੀ ਅੱਲਾ ਪਾਕ ਦਾ ਜਨਾਬ ਸਾਡੇ ਕਿਸਾਨਾਂ ਤੇ ਕਰਮ ਕਰੇ ਤੇ ਮਿਹਰਬਾਨੀ ਕਰੇ। ਤੇ ਬਹੁਤ ਪਰੇਸ਼ਾਨੀ ਹੈ, ਜ਼ਿਮੀਂਦਾਰ ਤੇ ਆਸਾ ਮਰਿਆ ਥਾਂ ਪਿਆ। ਵੇਖੋ ਜੀ ਆ ਜਿਹੜਾ ਹੁਣ ਟਾਈਮ ਚੱਲ ਰਿਹਾ, ਫਸਲਾਂ ਬਿਲਕੁਲ ਤਿਆਰ ਹੈ, ਸਾਲਾ ਬਾਰੀ ਹੋਣੀ। ਵੇਖ ਲੋ ਇਹ ਅੱਲਾਹ ਤਾਲਾ ਦਾ ਕੋਈ ਜ਼ਾਬ ਭਾਜੀ ਹੁਣ ਪਤਾ ਨਹੀਂ ਲੱਗਦਾ। ਜਿਸ ਬੰਦੇ ਨੇ ਕਣਕ ਨੂੰ ਪਾਣੀ ਲਾਇਆ ਸੀ, ਹਨੇਰੀ ਆਈ ਏ, ਉਹ ਕਣਕਾਂ ਸਾਰੀਆਂ ਮੁੱਦੀਆਂ ਹੋ ਗਈਆਂ। ਫਿਰ ਜਦੋਂ ਭੈੜੇ ਪੈ ਨੇ ਜ਼ਿਆਦਾ, ਕਈਆਂ ਕਣਕਾਂ ਦੇ ਸਿੱਟੇ ਲੈ ਗਏ, ਕਿੱਲਿਆਂ ਦੇ ਸਿੱਟੇ ਲੈ ਗਏ। ਇਹ ਅੱਲਾਹ ਪਾਕ ਦੀ ਜ਼ਾਤ ਜੋ ਕਰਦੀ ਏ ਉਹ ਕਹਿਣਾ ਪੈਂਦਾ। ਬਾਕੀ ਭਾਈ ਅੱਜ ਕੀ ਸੂਰਤ ਹਾਲ ਮਾਰਕੀਟ ਦੀ? ਅੱਜ ਤੇ ਮਾਸ਼ਾਅੱਲਾ ਬਾਵਾ ਮਾਰਕੀਟ ਭਾਜੀ ਕੋਈ ਬੰਦਾ ਨਹੀਂ ਹੈਗਾ। ਉਹ ਪੁਰਾਣਾ ਟਰੈਕਟਰ ਆਇਆ, ਉਹਨੂੰ ਸੈਟਲਮੈਂਟ ਕੀਤਾ ਹੈ। ਤੇ ਆ ਜਨਾਬ ਜਿਵੇਂ ਪਿੰਡ ਵਾਨੇ ਚਾਹ ਨਾਲ ਆਓਗੇ, ਆ ਚੱਲ ਗਿਆ ਆਪਾਂ ਟਰੈਕਟਰ ਲੈ ਗਏ, ਜੱਟ ਬੇਲੀ, ਆ ਗੁੱਜਰ ਬੇਲੀ, ਆ ਰਾਈ ਬੇਲੀ, ਆਓ ਲੱਗੇ ਆਣੇ। ਇਹ ਵੀ 4-5 ਭਰਾ ਇਕੱਠੇ ਹੋ ਕੇ ਟਰੈਕਟਰ ਲੈਣ ਆਏ ਨੇ। ਤੇ ਪਹਿਲੇ ਗਾਹਕ ਨੇ ਮਾਰਕੀਟ 'ਚ, ਸਵੇਰ ਦਾ ਕੋਈ ਬੰਦਾ ਨਹੀਂ ਆਇਆ। ਅੱਛਾ। ਤੇ ਬਾਕੀ ਹਾਲਾਤ ਖਰਾਬ ਹੋ ਗਏ ਮਾਰਕੀਟ। ਬਾਕੀ ਇਹ ਭਾਰਾਂ ਛੱਤ ਲਾਜ ਤੇ ਅੱਗੇ ਛੱਤ ਸੀ ਬਹੁਤ ਜ਼ਿਆਦਾ ਮਹਿੰਗੀ। ਤੇ ਮੈਂ ਆਖਿਆ ਜਿਵੇਂ ਕਣਕਾਂ ਦਾ ਸ਼ਾਇਦ ਰੇਟ ਕੋ ਨਹੀਂ, ਥੋੜਾ ਜਿਹਾ ਇਹਨੂੰ ਸਲਿਮ ਕਰ ਦਈਏ। ਇਹ ਜਨਾਬ ਛੱਤ ਲਾਜ ਤੇ ਸੋਹਣਾ ਸੁਥਰਾ ਮਾਹੌਲ ਬਣਾ ਦਿੱਤਾ, ਮਗਰ ਡੱਬਾ ਛਾਵੇ ਬੰਦਾ ਆਪਣਾ ਲਾ ਸਕਦਾ ਤੇ ਟੂਪਾਂ ਦੇ ਨਾਲ ਫਿੱਟ ਹੋਵੇ ਦੀ। ਤੇ ਇਹ ਕੀਮਤ ਇਹਦੀ ਹੈਗੀ ਹੈ 43,000 ਦਾ ਪੱਖਾ ਲਾ ਕੇ, ਰੂਟਰ ਲਾ ਕੇ। ਲਓ ਜੀ ਤੇ ਉਸ ਤੋਂ ਬਾਅਦ ਜਨਾਬ ਇਹ ਛੱਤ ਤੇ ਸਾਡੀ ਮਸ਼ਹੂਰ ਜ਼ਮਾਨਾ ਇਹ ਜਿਹੜੀ ਇਹ 2026 ਮਾਡਲ ਛੱਤ ਹੈ। ਇਹ ਵੀ ਮਾਸ਼ਾਅੱਲਾ ਬਿਹਤਰੀਨ ਛੱਤ ਹੈ। ਤੇ ਇਹਨੂੰ ਜਨਾਬ ਜੀ ਲਾਈਟਾਂ ਲੂਟਾਂ ਫੁੱਲ ਚੱਲ ਰਹੀਆਂ, ਥੱਲੇ ਪੱਖਾ ਲਾ ਦਿੱਤਾ, ਸਾਈਡ ਤੇ ਡਬਲ ਸ਼ੀਸ਼ੇ ਲਾ ਦਿੱਤੇ ਨੇ, ਔਰ ਜਿਹੜਾ ਸ਼ੀਸ਼ਾ ਹੈ ਉਹ ਵੀ ਬੜਾ ਕਮਾਲ ਲਾ ਦਿੱਤਾ।